गुड मॉर्निंग स्टूडेंट्स, वेलकम बैक टू कदम केमिस्ट्री क्लासेस। बच्चों अपना पी ब्लॉक स्टार्ट होया हुआ है। ਹੁਣ ਪੀ ਬਲੌਕ ਦੇ ਵਿੱਚ ਆਪਾਂ ਨੈਕਸਟ ਕੁਐਸਚਨ ਤੇ ਆਉਂਦੇ ਹਾਂ। ਨੈਕਸਟ ਕੁਐਸਚਨ ਕੀ ਹੈ ਕਿ ਜਿਹੜਾ ਆਪਣੇ ਪਾਸ SO2 ਮੋਲੀਕਿਊਲ ਹੈ, ਉਸ SO2 ਮੋਲੀਕਿਊਲ ਦੇ ਵਿੱਚ ਜਿਹੜੇ ਦੋਨੋਂ SO ਬੌਂਡਸ ਨੇ SO2 ਦੇ ਅੰਦਰ ਕੀ ਉਹ ਸੇਮ ਨੇ ਜਾਂ ਨਹੀਂ। whether two SO bonds present in SO2 molecule are equivalent or not। ਤਾਂ ਉਸ ਦੇ ਲਈ ਐਕਸਪਲੇਨੇਸ਼ਨ ਬੇਟਾ ਮੈਂ ਸਭ ਤੋਂ ਪਹਿਲਾਂ ਦੇਖੋ ਸ਼ੋ ਕੀਤੀ ਹੋਈ ਹੈ। ਇਸ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਸੈਂਟਰਲ ਐਟਮ ਹੀ ਸਲਫਰ, ਜਿਹਦੇ ਅਰਾਊਂਡ ਦੋਨੋਂ ਆਕਸੀਜਨ ਐਟਮਸ ਬੌਂਡ ਬਣਾ ਰਹੇ ਨੇ। ਇਹਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਕੀ ਹੋਏਗੀ 1s2 2s2 2p6 3s2 3p4। ਹਮੇਸ਼ਾ ਮੇਕਿੰਗ ਔਰ ਬ੍ਰੇਕਿੰਗ ਦਾ ਇਫੈਕਟ ਆਊਟਰ ਮੋਸਟ ਸ਼ੈਲ ਤੇ ਪੈਂਦਾ ਹੁੰਦਾ। ਤਾਂ ਇਸ ਆਊਟਰ ਮੋਸਟ ਸ਼ੈਲ ਦੇ ਵਿੱਚ ਚੈੱਕ ਕਰੋ ਆਪਣੇ ਪਾਸ ਕਿੰਨੇ ਵੈਲੈਂਸ ਇਲੈਕਟ੍ਰॉन्स ਨੇ 6, 2 present in S and 4 present in P। अगर आउटर मोस्ट शेल is equal to 3 है ਤਾਂ ਉਹਦੇ ਵਿੱਚ ਟੋਟਲ ਸਬ ਸ਼ੈਲਸ ਕਿੰਨੇ ਹੋਣਗੇ 3, 3s 3p 3d। S ਦੇ ਵਿੱਚ 2 ਇਲੈਕਟ੍ਰॉन्स, P ਦੇ ਵਿੱਚ 4 ਇਲੈਕਟ੍ਰॉन्स। ਹੁਣ ਇਹ ਚੀਜ਼ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਕਸੀਜਨ ਹੈ ਉਹ ਡਾਈਵੈਲੈਂਟ ਹੈ, ਉਹ ਮਲਟੀਪਲ ਬੌਂਡ ਬਣਾਉਂਦਾ ਹੈ, ਉਹ ਆਪਣਾ ਆਕਟੇਟ ਕੰਪਲੀਟ ਕਰਨਾ ਚਾਹੁੰਦਾ ਹੁੰਦਾ। ਤਾਂ ਜਦੋਂ ਆਕਸੀਜਨ ਆਪਣਾ ਆਕਟੇਟ ਕੰਪਲੀਟ ਕਰੇਗੀ ਸਲਫਰ ਦੇ ਨਾਲ, ਉਹ ਕਿੰਨੇ ਬੌਂਡਸ ਬਣਾਏਗੀ 2। ਤਾਂ ਟੋਟਲ SO2 ਦੇ ਵਿੱਚ ਕਿੰਨੇ ਬੌਂਡਸ ਹੋਣਗੇ 4। ਤੇ 4 ਦੇ 4 ਬੌਂਡਸ ਕੀ ਹੋਣਗੇ ਕੋਵਲੈਂਟ ਬੌਂਡਸ। ਤਾਂ ਕੋਵਲੈਂਟ ਬੌਂਡਸ ਲਈ ਸੈਂਟਰਲ ਐਟਮ ਕੋਲ ਕਿੰਨੇ ਹਾਫ ਫਿਲਡ ਆਰਬਿਟਲਸ ਹੋਣੇ ਚਾਹੀਦੇ ਫਿਰ 4। ਲੇਕਿਨ ਉਹਨੇ ਗਰਾਊਂਡ ਸਟੇਟ ਚ ਚੈੱਕ ਕਰੋ ਕਿੰਨੇ ਹਾਫ ਫਿਲਡ ਆਰਬਿਟਲਸ 2। ਤਾਂ ਇਸ ਦਾ ਮਤਲਬ ਇਹ ਕੀ ਹੋਏਗੀ ਐਕਸਾਈਟੇਸ਼ਨ। ਇਤੋਂ ਇੱਕ ਇਲੈਕਟ੍ਰੋਨ 3p ਤੋਂ ਕਿੱਥੇ ਜਾਏਗਾ 3d ਦੇ ਵਿੱਚ। ਹੁਣ ਆਪਣੇ ਪਾਸ ਇੱਕ ਕੰਪਲੀਟਲੀ ਫਿਲਡ ਆਰਬਿਟਲ ਹੈ ਤੇ 4 ਹਾਫ ਫਿਲਡ ਆਰਬਿਟਲਸ। ਜਿਹੜੇ ਇਹ 4 ਹਾਫ ਫਿਲਡ ਆਰਬਿਟਲਸ ਨੇ ਇਹ ਹੁਣ ਆਕਸੀਜਨ ਦੇ ਨਾਲ ਕੀ ਬਣਾਉਣਗੇ 4 ਕੋਵਲੈਂਟ ਬੌਂਡਸ, ਜਿਹਦੇ ਵਿੱਚੋਂ 2 ਤਾਂ ਕੀ ਹੋਣਗੇ ਬੇਟਾ ਸਿਗਮਾ ਬੌਂਡਸ ਤੇ 2 ਕੀ ਹੋਣਗੇ ਪਾਈ ਬੌਂਡਸ। ਸਿਗਮਾ ਬੌਂਡ ਸਭ ਤੋਂ ਪਹਿਲਾਂ ਬਣਦਾ ਹੁੰਦਾ ਹੈ। ਤਾਂ ਇਸ ਦਾ ਮਤਲਬ ਜਿਹੜੇ ਲੋਅਰ એનર્ਜੀ ਆਰਬਿਟਲਸ ਨੇ ਉਹ ਸਿਗਮਾ ਬੌਂਡ ਬਣਾਉਣ ਦੇ ਵਿੱਚ ਪਾਰਟਿਸਿਪੇਟ ਕਰਨਗੇ ਤੇ ਉਸ ਤੋਂ ਬਾਅਦ ਜਿਹੜੇ ਹਾਇਰ એનર્ਜੀ ਆਰਬਿਟਲਸ ਨੇ ਉਹ ਪਾਈ ਬੌਂਡ ਬਣਾਉਣਗੇ। ਲੇਕਿਨ ਆਕਸੀਜਨ ਦਾ ਹਮੇਸ਼ਾ ਪੂਰੇ p ਆਰਬਿਟਲ ਹੀ ਪਾਰਟਿਸਿਪੇਟ ਕਰੇਗਾ, ਚਾਹੇ ਤੁਸੀਂ ਸਿਗਮਾ ਬੌਂਡ ਬਣਾਓ ਚਾਹੇ ਤੁਸੀਂ ਪਾਈ ਬੌਂਡ। ਹੁਣ ਜਿਹੜੇ ਪਹਿਲੇ 2 ਸਿਗਮਾ ਬੌਂਡ ਤੁਹਾਨੂੰ ਨਜ਼ਰ ਆ ਰਹੇ ਬਣਦੇ ਹੋਏ, ਦੋਨਾਂ ਵਿੱਚ ਸਲਫਰ ਦਾ p ਆਰਬਿਟਲ ਪਾਰਟਿਸਿਪੇਟ ਕਰ ਰਿਹਾ ਹੈ। ਲੇਕਿਨ ਉਸ ਤੋਂ ਬਾਅਦ ਜਿਹੜੇ 2 ਪਾਈ ਬੌਂਡਸ ਬਣ ਰਹੇ ਨੇ ਉਹਦੇ ਵਿੱਚ ਸਲਫਰ ਦਾ p ਆਰਬਿਟਲ ਤੇ ਇੱਕ d ਆਰਬਿਟਲ ਪਾਰਟਿਸਿਪੇਟ ਕਰ ਰਿਹਾ। ਤਾਂ ਇਸ ਦਾ ਮਤਲਬ ਅਗਰ ਮੈਂ ਇਸ ਆਕਸੀਜਨ ਦੀ ਗੱਲ ਕਰਾਂ ਫਸਟ ਆਕਸੀਜਨ ਦੀ, ਤਾਂ ਇਹ ਆਕਸੀਜਨ ਸਲਫਰ ਦੇ ਨਾਲ p ਮਲਟੀਪਲ ਬੌਂਡ ਵੀ ਦੇ ਸਕਦੀ ਹੈ ਤੇ p ਵੀ ਦੇ ਸਕਦੀ ਹੈ, ਕਿਉਂਕਿ ਇਹ ਜ਼ਰੂਰੀ ਥੋੜੀ ਨਾ ਹੈ ਕਿ ਆਕਸੀਜਨ ਹਮੇਸ਼ਾ p ਹੀ ਬੌਂਡਿੰਗ ਦੇਗੀ। ਉਹ ਸਲਫਰ ਦੇ d ਆਰਬਿਟਲ ਦੇ ਨਾਲ ਵੀ ਤਾਂ ਪਾਈ ਬੌਂਡ ਬਣਾ ਸਕਦੀ ਹੈ। ਇਸੇ ਤਰ੍ਹਾਂ ਦੂਸਰੀ ਆਕਸੀਜਨ ਦਾ ਵੀ ਕੇਸ ਸੇਮ ਹੈ। ਇਹ ਵਾਲੀ ਆਕਸੀਜਨ ਅਗਰ d ਬੌਂਡ ਬਣਾ ਰਹੀ ਹੈ ਤਾਂ ਇੱਥੇ p ਬੌਂਡ ਵੀ ਬਣਾ ਸਕਦੀ ਹੈ। ਤਾਂ ਇਸ ਦਾ ਮੀਨਿੰਗ ਕੀ ਹੋਇਆ 2 ਪੋਸਿਬਿਲਿਟੀਜ਼ ਹੋਗੀ। ਤਾਂ ਮੈਂ ਕੀ ਕਹਿ ਸਕਦਾ ਕਿ ਉੱਥੇ p ਕਰੈਕਟਰ ਵੀ ਹੋਏਗਾ ਤੇ p ਕਰੈਕਟਰ ਵੀ ਹੋਏਗਾ ਦੋਨੋਂ ਆਕਸੀਜਨਸ ਦੇ ਵਿੱਚ, ਜਿਹਨੂੰ ਆਪਾਂ ਕੀ ਕਹਿੰਦੇ ਨੇ ਹੁੰਦੇ ਆ ਬੇਟਾ ਰੈਜ਼ੋਨੈਂਸ। So resonance means delocalization or movement of pi bond electrons from one atom to other atom। ਤਾਂ ਧਿਆਨ ਨਾਲ ਚੈੱਕ ਕਰੋ ਇਹ p ਇਸ ਆਕਸੀਜਨ ਤੋਂ ਇਸ ਆਕਸੀਜਨ ਤੇ ਜਾ ਰਿਹਾ ਹੈ, ਸਿਮਿਲਰਲੀ d ਇਸ ਆਕਸੀਜਨ ਤੋਂ ਇਸ ਆਕਸੀਜਨ ਤੇ ਜਾ ਰਿਹਾ ਹੈ। ਤਾਂ ਇੱਥੇ ਇਸ ਤਰ੍ਹਾਂ ਮੂਵਮੈਂਟ ਹੁੰਦੀ ਰਹੇਗੀ। ਤਾਂ ਨਾ ਤਾਂ ਇਹ SO2 ਐਕਚੁਅਲ ਸਟਰਕਚਰ ਹੋਏਗਾ ਨਾ ਹੀ ਇਹ SO2। ਤੇ ਇਸ ਆਕਸੀਜਨ ਦੇ ਵਿੱਚ ਇਸ ਦਾ ਮੀਨਿੰਗ ਕੀ ਹੋਇਆ ਪਾਰਸ਼ੀਅਲੀ p ਕਰੈਕਟਰ ਵੀ ਹੋਏਗਾ ਤੇ ਪਾਰਸ਼ੀਅਲੀ p ਵੀ। ਉਹੀ ਕਨਸੈਪਟ ਦੂਸਰੇ ਆਕਸੀਜਨ ਚ, ਇਹਦੇ ਵਿੱਚ ਵੀ ਪਾਰਸ਼ੀਅਲ p ਵੀ ਹੋਏਗਾ ਤੇ p ਵੀ। ਤਾਂ ਇਸ ਦਾ ਮੀਨਿੰਗ ਕੀ ਹੋਇਆ ਕਿ ਇਹਨਾਂ ਦੋਨਾਂ ਦਾ ਐਕਚੁਅਲ ਸਟਰਕਚਰ ਜਿਹੜਾ ਹੋਏਗਾ ਦਿਸ ਵਨ, ਜਿਹਨੂੰ ਆਪਾਂ ਕੀ ਕਹਿ ਦਾਂਗੇ ਰੈਜ਼ੋਨੇਟਿੰਗ ਹਾਈਬ੍ਰਿਡ ਸਟਰਕਚਰ। ਤਾਂ ਜਿਹੜਾ ਇਹ ਰੈਜ਼ੋਨੇਟਿੰਗ ਹਾਈਬ੍ਰਿਡ ਸਟਰਕਚਰ ਹੈ ਇਹਦੇ ਵਿੱਚ ਦੋਨੋਂ SO ਬੌਂਡਸ ਇਕੁਇਵਲੈਂਟ ਹੋਣਗੇ, ਕਿਉਂਕਿ ਦੋਨਾਂ SO ਬੌਂਡਸ ਦੇ ਵਿੱਚ p ਤੇ p d दोनों करैक्टर मौजूद ने।
ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਮੇਸ਼ਾ ਤੁਹਾਨੂੰ ਇਸ ਆਕਸੀਜਨ ਦੇ ਵਿੱਚ ਪੀ ਪਾਈ ਨਜ਼ਰ ਆਏਗਾ ਤੇ ਇਸ ਆਕਸੀਜਨ 'ਚ ਪੀ ਪਾਈ ਤਾਂ ਦੋਨਾਂ ਦੇ ਵਿੱਚ ਅਗਰ ਦੋਨੋਂ ਕੈਰੈਕਟਰਸ ਨੇ ਤਾਂ ਦੋਨਾਂ ਦੇ ਐਸਓ ਬੌਂਡਸ ਕੀ ਹੋਗੇ ਫਿਰ ਇਕੁਇਵਲੈਂਟ। नेक्स्ट क्वेश्चन है कि whether all SF bonds are equivalent or not। जड़ा SF4 मॉलिक्यूल है कि इसके विच चारों के चारों SF bonds equivalent हैगे ने जां नहीं ते equivalent का मतलब की है कि जड़े चारों के चारों SF bonds ने इन्हां दी बॉन्ड लेंथ सेम है जां नहीं। तो आप चेक करेंगे कि चारों SF बॉन्ड्स की बॉन्ड लेंथ सेम है या फिर नहीं। हुन सेंट्रल एटम की है अगेन जिस तरह अपने को लास्ट क्वेश्चन भी सेंट्रल एटम सल्फर से उरे भी सेंट्रल एटम सल्फर है जिदे अराउंड 4 फ्लोरीन बॉन्ड्स बनाने हैं। सो एटॉमिक नंबर 16 इलेक्ट्रॉनिक कॉन्फ़िगरेशन खुद रीकैप करा करो बच्चों 1s2 2s2 2p6 3s2 3p4। ਹੁਣ ਫਲੋਰੀਨ ਮੋਨੋਵੈਲੈਂਟ ਹੁੰਦਾ ਹੈ ਫਲੋਰੀਨ ਕੋਲ ਸਿਰਫ ਇੱਕ ਇਲੈਕਟ੍ਰੋਨ ਘੱਟ ਹੁੰਦਾ ਹੈ ਟੂ ਅਟੇਨ ਇਨਰਟ ਗੈਸ ਕਨਫਿਗਰੇਸ਼ਨ। ਤਾਂ ਇਹਦਾ ਮਤਲਬ ਹਰ ਇੱਕ ਫਲੋਰੀਨ ਸਲਫਰ ਦੇ ਨਾਲ ਇੱਕੋ ਹੀ ਬੌਂਡ ਬਣਾਏਗਾ ਲੇਕਿਨ ਆਕਸੀਜਨ ਡਬਲ ਬੌਂਡ ਬਣਾ ਰਹੀ ਸੀ ਬੇਟਾ। ਤਾਂ ਅਗਰ ਫਲੋਰੀਨ ਇੱਕੋ ਹੀ ਬੌਂਡ ਬਣਾ ਰਿਹਾ ਸਲਫਰ ਦੇ ਨਾਲ ਤਾਂ ਟੋਟਲ ਕੋਵੈਲੈਂਟ ਬੌਂਡਸ ਕਿੰਨੇ ਹੋਣਗੇ 4 ਕੋਵੈਲੈਂਟ ਬੌਂਡ। अगर 4 कोवलेंट बॉन्ड्स आप बनाने हैं तो सल्फर को कितने हाफ फिल्ड ऑर्बिटल्स होने चाहिए 4 हाफ फिल्ड ऑर्बिटल्स। आप चेक करते हैं कि सल्फर को 4 हाफ फिल्ड ऑर्बिटल्स है कि नहीं जाने 3s ਦੇ ਵਿੱਚ 2 ਇਲੈਕਟ੍ਰੋਨਸ 3s ਦੇ ਵਿੱਚ ਇੱਕੋ ਹੀ ਆਰਬਿਟਲ ਹੁੰਦਾ ਲੇਕਿਨ ਜਿਹੜਾ 3p ਸਬ ਸ਼ੈਲ ਹੈ ਉਹਦੇ ਵਿੱਚ 3 ऑर्बिटल्स ਹੁੰਦੇ ਆ टोटल 4 इलेक्ट्रॉन्स ने। तो चेक करो बेटा जेड़ा 3p है ਉਹਦੇ ਵਿੱਚ ਇੱਕ ऑर्बिटल कंप्लीटली फिल्ड है ਤੇ ਬਾਕੀ 2 ऑर्बिटल्स हाफ फिल्ड है। लेकिन ਆਪਾਂ ਨੂੰ ਸਲਫਰ ਦੇ ਵਿੱਚ टोटल हाफ फिल्ड ऑर्बिटल्स ਕਿੰਨੇ ਚਾਹੀਦੇ ਨੇ 4। ਤਾਂ ਇਸ ਦਾ ਮਤਲਬ ਉਰੇ ਇੱਕ ਇਲੈਕਟ੍ਰੋਨ ਕੀ ਸ਼ੋ ਕਰੇਗਾ एक्साइटेशन। सो आफ्टर एक्साइटेशन सल्फर को 4 हाफ फिल्ड ऑर्बिटल्स होंगे ते एक की होएगा कंप्लीटली फिल्ड। सो आफ्टर मेकिंग 4 कोवलेंट बॉन्ड्स विद द फ्लोरीन SF4 दे अंदर 4 की होंगे बॉन्ड पेयर्स दैट इज कोवलेंट बॉन्ड्स ते एक की होएगा उसके पास देखो इतने ये कंप्लीटली फिल्ड है एक ही होएगा अपने पास लोन पेयर। तो जो अपने पास एक लोन पेयर हो गए 4 बॉन्ड पेयर्स तो उसका स्ट्रक्चर किस तरह होता है तो चेक करो एक फ्लोरीन अबव द प्लेन एक फ्लोरीन बिलो द प्लेन ते ਜਿਹੜੇ 2 फ्लोरीन्स ने इन द प्लेन ਤੇ ਜਿਹੜਾ ਲੋਨ ਪੇਅਰ ਹੈ ਉਹ ਵੀ ਕੀ ਹੋਏਗਾ ਇਨ ਦਾ ਪਲੇਨ ਅਗਰ ਆਪਾਂ ਨੇ ਮੋਲੀਕਿਊਲ ਨੂੰ ਸਟੇਬਲ ਦੀ ਫਾਰਮ ਚ ਰੱਖਣਾ ਹੈ। ਹੁਣ ਜਿਹੜਾ ਇਨ ਦਾ ਪਲੇਨ ਹੈ ਉਹਨਾਂ ਬੌਂਡਸ ਨੂੰ ਆਪਾਂ ਕੀ ਕਹਿ ਦਿੰਦੇ ਆ ਇਕੁਆਟੋਰੀਅਲ। ਲੇਕਿਨ ਜਿਹੜੇ ਪਰਪੈਂਡੀਕੂਲਰ ਟੂ ਦਾ ਪਲੇਨ ਨੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ ਐਕਸੀਅਲ। ਹੁਣ ਚੈੱਕ ਕਰੋ ਇੱਕ ਲੋਨ ਪੇਅਰ ਆਉਣ ਨਾਲ ਉਰੇ ਕੀ ਹੋਏਗੀ लोन पेयर बॉन्ड पेयर रिपल्शन लोन पेयर बॉन्ड पेयर रिपल्शन ते ये लोन पेयर बॉन्ड पेयर रिपल्शन जिस बॉन्ड से ज्यादा नजर आएगी उसकी बॉन्ड लेंथ उतनी ज्यादा होगी क्योंकि ਜਿਹੜੇ लोन पेयर ਦੇ इलेक्ट्रॉन्स होंगे वो बॉन्डेड इलेक्ट्रॉन्स ਨੂੰ दूर तक करनगे ਉੱਥੇ रिपल्शन ज्यादा है तो वो बॉन्डेड इलेक्ट्रॉन दूर जाएंगे जे बॉन्डेड इलेक्ट्रॉन्स दूर जाएंगे तो इस दे नाल बॉन्ड लेंथ की हो जाएगी इंक्रीज। तो अगर लोन पेयर इन द प्लेन है
ਆ ਇਨ ਦਾ ਪਲੇਨ ਹੈ, ਤੇ ਜਿਹੜਾ ਆਪਣੇ ਕੋਲ ਐਕਸਿਲ ਬੌਂਡ ਹੈ ਉਹ ਪਰਪੈਂਡੀਕੂਲਰ ਟੂ ਦਾ ਪਲੇਨ ਹੈ। ਤਾਂ ਇਹ ਕਿੰਨਾ ਐਂਗਲ ਹੋ ਗਿਆ ਬੇਟਾ? 90 डिग्री। ठीक, क्लोजर टू 90 डिग्री मान लेने आप। लेकिन जरा यही लोन पेयर इन द प्लेन बॉन्ड पे है, उस दिन आप कितना बॉन्ड एंगल बनाएगा? आ वाला एंगल 120 डिग्री। तो हम दोनों एंगल सेम नहीं है, तो जितना एंगल छोटा होएगा मींस आह बॉन्डेड इलेक्ट्रॉन ओने ही इस लोन पेयर के नजदीक होंगे, ਇਹਦੇ ਵਿੱਚ ਓਨੀ ਜ਼ਿਆਦਾ ਲੋਨ पेयर बॉन्ड पेयर रिपल्शन होएगी। ਤਾਂ ਇਸ ਦਾ ਮੀਨਿੰਗ ਜਿਹੜੀ ਐਕਸਲ ਬੌਂਡਸ ਦੀ ਰਿਪਲਸ਼ਨ ਹੈ ਉਹ ਇਕੁਆਟੋਰੀਅਲ ਬੌਂਡਸ ਦੀ ਰਿਪਲਸ਼ਨ ਦੇ ਨਾਲ ਮੈਚ ਨਹੀਂ ਕਰ ਰਹੀ। ਤਾਂ ਅਗਰ ਰਿਪਲਸ਼ਨ ਮੈਚ ਨਹੀਂ ਕਰ ਰਹੀ ਤਾਂ ਫਿਰ ਇਹਨਾਂ ਸਾਰਿਆਂ ਦੀ ਬੌਂਡ ਸੇਮ ਕਿਸ ਤਰ੍ਹਾਂ ਹੋਏਗੀ? ਤਾਂ ਆਪਾਂ ਕੀ ਕਹਿ ਸਕਦੇ ਹਾਂ? ਟੂ ਐਕਸਲ ਬੌਂਡਸ ਹੈਵ ਲੋਂਗਰ ਵੇਵਲੈਂਥ ਦੈਨ ਦਾ ਲੋਂਗਰ ਬੌਂਡ ਲੈਂਥ ਦੈਨ ਦਾ ਇਕੁਆਟੋਰੀਅਲ ਬੌਂਡਸ, which means all these 4s4 bonds are not equivalent. That is the main reason ki si, that is lone pair bond pair repulsion. Next question, what is the reason that ozone is powerful oxidizing agent? Powerful oxidizing agent। ऑक्सीडाइजिंग एजेंट ਕਿਹੜਾ ਹੁੰਦਾ ਬੱਚੋ? ਜਿਹੜਾ ਸਾਹਮਣੇ ਵਾਲੇ ਨੂੰ ਆਕਸੀਡਾਈਜ਼ ਕਰੇ ਤੇ ਉਹ ਖੁਦ ਕੀ ਹੋਵੇ? ਰਿਡਿਊਸ। ਹੁਣ ਸਾਹਮਣੇ ਵਾਲੇ ਨੂੰ ਆਪਾਂ ਆਕਸੀਡਾਈਜ਼ ਕਿਸ ਤਰ੍ਹਾਂ ਕਰ ਸਕਦੇ ਹਾਂ? ਉਹਦੀ ਇੱਕ ਡੈਫੀਨੇਸ਼ਨ ਸੀ +1 ਚ ਰਿਡੌਕਸ ਰਿਐਕਸ਼ਨ। ਥੋੜਾ ਯਾਦ ਕਰੋ, ਅਗਰ ਸਾਹਮਣੇ ਵਾਲੇ ਨੂੰ ਆਕਸੀਡਾਈਜ਼ ਕਰਨਾ ਹੋਵੇ ਤਾਂ ਆਪਾਂ ਉਸ ਨੂੰ ਆਕਸੀਜਨ ਦੇ ਦਿਓ। ਮੀਨਸ addition of oxygen means oxidation and removal of oxygen reduction। ਤਾਂ ਅਗਰ ਓਜ਼ੋਨ ਕਰਕੇ ਸਾਹਮਣੇ ਵਾਲਾ ਆਕਸੀਡਾਈਜ਼ ਹੋ ਰਿਹਾ ਹੈ ਤਾਂ ਇਹਦਾ ਮਤਲਬ ਓਜ਼ੋਨ ਆਪਣੇ ਅੰਦਰੋਂ ਆਕਸੀਜਨ ਦੇ ਰਹੀ ਹੈ। ਹੁਣ ਆਕਸੀਜਨ ਉਹ ਆਪਣੇ ਅੰਦਰੋਂ ਅਗਰ ਦੇ ਰਹੀ ਹੈ ਤਾਂ ਇਸ ਦਾ ਮਤਲਬ ਓਜ਼ੋਨ ਹਲੇ ਸਟੇਬਲ ਨਹੀਂ ਹੈਗੀ। ਜਿਹੜੀ ਓਜ਼ੋਨ ਹੁੰਦੀ ਹੈ ਉਹ ਇੱਕ ਐਂਡੋਥਰਮਿਕ ਕੰਪਾਊਂਡ ਹੈ। ਐਂਡੋਥਰਮਿਕ ਕੰਪਾਊਂਡ। ਤੇ ਐਂਡੋਥਰਮਿਕ ਦਾ ਮਤਲਬ ਕੀ ਹੁੰਦਾ ਹੈ ਕਿ ਜਿਸ ਨੂੰ ਆਪਾਂ ਹੀਟ ਅਗਰ ਦੇਵਾਂਗੇ ਤਾਂ ਉਹਦੇ ਵਿੱਚ ਕੀ ਹੋਏਗੀ? ਬ੍ਰੇਕਿੰਗ ਆਫ ਬੌਂਡ। ਹੁਣ ਓਜ਼ੋਨ 'ਚ ਬ੍ਰੇਕਿੰਗ ਆਫ ਬੌਂਡ ਕਿਉਂ ਹੁੰਦਾ ਹੈ? ਓਜ਼ੋਨ ਦਾ ਇੱਕ ਸਟਰਕਚਰ ਹੁੰਦਾ ਹੈ ਲੂਇਸ ਡਾਟ ਸਟਰਕਚਰ, ਜਿਹੜਾ ਮੈਂ ਬਣਾਉਣ ਜਾ ਰਿਹਾ। ਇਹਦੇ ਵਿੱਚ ਜਿਹੜੀ ਆਹ ਆਕਸੀਜਨ ਹੈ, जिसने इस ऑक्सीजन नाल सेंट्रल ऑक्सीजन नाल सिंगल बॉन्ड बनाया, इस ते नेगेटिव चार्ज होता है, सेंटर वाले ऑक्सीजन दे पॉजिटिव चार्ज। तो इसका मतलब जिहड़ी ओजोन है ओदी नेचर की है? पोलर। ओदे विच जिहड़ा एक ऑक्सीजन से सिंगल बॉन्ड नजर आ रहा है एक ही हो सकता है? ब्रेक। तो जो ओजोन नूं थोड़ी जी हीट मिलती है तो वो ओजोन की शो करता है? डीकंपोजिशन। सो आफ्टर डीकंपोजिशन ओजोन तो की मिलता है? O2 प्लस नेसेंट ऑक्सीजन। नेसेंट ऑक्सीजन का मतलब की है? एटॉमिक ऑक्सीजन। ते ही नेसेंट ऑक्सीजन हाईली रिएक्टिव इन नेचर, क्योंकि आपको पता है कि मॉलिक्यूल है ਜਿਹੜਾ एटम ਦੇ ਕੰਪੈरेटिवली ਜ਼ਿਆਦਾ ਸਟੇਬਲ ਹੁੰਦਾ ਹੈ। ਤਾਂ O2 ਇਜ਼ ਮੋਰ ਸਟੇਬਲ ਦੈਨ ਐਟੋਮਿਕ ਆਕਸੀਜਨ। ਤਾਂ ਜਿਹੜੀ ਇਹ ਐਟੋਮਿਕ ਆਕਸੀਜਨ ਹੈ ਇਹ ਹੈਲਪਫੁਲ ਹੁੰਦੀ ਹੈ ਕਿਸੇ ਵੀ ਕੰਪਾਊਂਡ ਨੂੰ ਆਕਸੀਡਾਈਜ਼ ਕਰਨ ਲਈ। ਤਾਂ ਹੁਣ ਇਹ ਨੇਸੈਂਟ ਆਕਸੀਜਨ ਜਿਸ ਤੋਂ ਮਿਲੂਗੀ ਉਹਨੂੰ ਆਪਾਂ ਕੀ ਕਹਿ ਦਾਂਗੇ? ਪਾਵਰਫੁਲ ਆਕਸੀਡਾਈਜ਼ਿੰਗ ਏਜੰਟ। ਤਾਂ ਫਿਰ ਇਹ ਨੇਸੈਂਟ ਆਕਸੀਜਨ ਕਿਸ ਤੋਂ ਮਿਲ ਰਹੀ ਹੈ? ਉਸ ਤੋਂ। ਤਾਂ ਇਹ ਬਹੁਤ ਹੀ ਸਿੰਪਲ क्वेश्चन सी, लेकिन यही क्वेश्चन भी बड़े एग्जाम्स दे विच बेटा आया हुआ है। मैं वो क्वेश्चन सब तो पहला ही डिस्कस करता जिहड़े बहुत ज्यादा इंपॉर्टेंट होंदे हैं। तो जिहड़ा 16th ग्रुप आप स्टडी कर रहे हैं ਇਹਦੇ ਵਿੱਚ ਇਹ ਵੀ क्वेश्चन अपने आप बहुत ज्यादा इंपॉर्टेंट है कि why ozone is powerful oxidizing agent? Because ozone is an endothermic compound but is very unstable, so after decomposition will provide you a nascent oxygen which can oxidize to any particular compounds.
So that's why ozone is powerful oxidizing agent. Next question. ਜਿਹੜਾ ਸਲਫਰ ਹੈ ਬੇਟਾ ਉਹ ਵੇਪਰ ਸਟੇਟ ਦੇ ਵਿੱਚ ਪੈਰਾਮੈਗਨੈਟਿਕ ਕਿਉਂ ਹੈ? ਪੈਰਾਮੈਗਨੈਟਿਕ ਜਿਹੜਾ ਸਲਫਰ ਹੈ ਉਹ ਵੇਪਰ ਸਟੇਟ ਦੇ ਵਿੱਚ S2 ਦੀ ਫਾਰਮ 'ਚ ਐਗਜ਼ਿਸਟ ਕਰਦਾ ਹੈ ਤੇ ਇਹ ਵੇਪਰ ਸਟੇਟ ਅਪਰੋਕਸੀਮੇਟਲੀ ਕਿੰਨੇ ਟੈਂਪਰੇਚਰ ਤੇ ਆਉਂਦੀ ਹੈ 1000 ਕੈਲਵਿਨ ਮੀਨ 1000 ਕੈਲਵਿਨ ਤੇ ਜਿਹੜਾ S8 ਸੋਲਿਡ ਫਾਰਮ 'ਚ ਹੁੰਦਾ ਹੈ ਉਹ ਵੇਪਰ ਫਾਰਮ ਦੇ ਵਿੱਚ ਜਾ ਕੇ S2 ਦੇ ਵਿੱਚ ਐਗਜ਼ਿਸਟ ਕਰਦਾ ਹੈ। ਹੁਣ ਜਿਹੜਾ ਇਹ S2 ਹੈ ਇਹ ਪੈਰਾਮੈਗਨੈਟਿਕ ਹੈ। ਪੈਰਾਮੈਗਨੈਟਿਕ ਦਾ ਮਤਲਬ ਕੀ ਹੁੰਦਾ ਹੈ? ਜਿਹਦੇ ਵਿੱਚ ਕੀ ਹੋਣ ਬੱਚੋ ਅਨਪੇਅਰਡ ਇਲੈਕਟ੍ਰੋਨਸ। ਹੁਣ ਮੈਂ +1 ਦੇ ਵਿੱਚ ਕੈਮੀਕਲ ਬੌਂਡਿੰਗ ਤੇ ਜਾਣਾ, ਕੈਮੀਕਲ ਬੌਂਡਿੰਗ ਐਂਡ ਸਟਰਕਚਰਸ। ਉਹਦੇ ਵਿੱਚ ਤੁਸੀਂ +1 ਚ ਬੱਚੋ ਮੋਲੀਕੂਲਰ ਆਰਬਿਟਲ ਥਿਊਰੀ ਸਟੱਡੀ ਕੀਤੀ ਹੋਈ। ਉਸ ਮੋਲੀਕੂਲਰ ਆਰਬਿਟਲ ਥਿਊਰੀ ਦੇ ਵਿੱਚ O2 ਦੀ ਮੋਲੀਕੂਲਰ ਇਲੈਕਟ੍ਰੋਨਿਕ ਕਨਫਿਗਰੇਸ਼ਨ ਕੀ ਸੀ? सिग्मा 1s2 सिग्मा स्टार 1s2। ਇਹ ਕੀ ਹੈ? ਬੌਂਡਿੰਗ ਮੋਲੀਕੂਲਰ ਆਰਬਿਟਲ। ਇਹ ਕੀ ਹੈ? ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲ। ਬੌਂਡਿੰਗ ਮੋਲੀਕੂਲਰ ਆਰਬਿਟਲ ਦੀ એનર્ਜੀ ਐਂਟੀ ਬੌਂਡਿੰਗ ਨਾਲੋਂ ਕੀ ਹੁੰਦੀ ਹੈ? ਘੱਟ। ਤਾਂ ਟੋਟਲ ਆਪਣੇ ਕੋਲ 16 ਇਲੈਕਟ੍ਰੋਨਸ ਨੇ। सिग्मा 1s2 सिग्मा स्टार 1s2 then सिग्मा 2s2 सिग्मा स्टार 2s2। फिर ਉਸ ਤੋਂ ਬਾਅਦ ਕੀ ਹੁੰਦਾ ਸੀ? सिग्मा 2p z2 फिर पाई 2p x2 is equal to पाई 2p y2। टोटल इलेक्ट्रॉन्स कितने होंगे? 2 2 4 ਤੇ 4 8 9 10 ਤੇ 4 14। ਹੁਣ 14 पूरे 16 है। फिर ਉਸ ਤੋਂ ਬਾਅਦ ਹੁੰਦਾ ਸੀ ਆਪਣੇ ਪਾਸ पाई स्टार 2p x is equal to पाई स्टार 2p y। ਹੁਣ ਇਸ ਤੇ ਲੱਗਦਾ ਸੀ ਹੰਸ ਰੂਲ। ਹੰਸ ਰੂਲ ਕੀ ਕਹਿੰਦਾ ਸੀ ਕਿ ਉਦੋਂ ਤੱਕ ਆਰਬਿਟਲਸ ਦੀ ਪੇਅਰਿੰਗ ਨਹੀਂ ਹੁੰਦੀ ਜਦ ਤੱਕ ਸੇਮ એનર્ਜੀ ਆਰਬਿਟਲ ਸਿੰਗਲੀ ਫਿਲਡ ਨਾ ਹੋ ਜਾਣ। ਹੁਣ ਪਾਈ ਸਟਾਰ 2px ਤੇ ਪਾਈ ਸਟਾਰ 2py ਦੋਨਾਂ ਦੀ એનર્ਜੀ ਕੀ ਹੈ? ਸੇਮ। ਇਲੈਕਟ੍ਰੋਨਸ ਵੀ ਦੋ ਨੇ। ਇਹਦਾ ਮਤਲਬ ਇੱਕ ਇਲੈਕਟ੍ਰੋਨ ਪਾਈ ਸਟਾਰ 2px ਦੇ ਵਿੱਚ ਤੇ ਦੂਸਰਾ ਇਲੈਕਟ੍ਰੋਨ ਪਾਈ ਸਟਾਰ 2py ਦੇ ਵਿੱਚ। ਤਾਂ ਧਿਆਨ ਨਾਲ ਚੈੱਕ ਕਰੋ O2 ਦੇ ਵਿੱਚ ਜਿਹੜੇ ਦੋ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲਸ ਨੇ ਉਹ ਕਿਨੇ? ਹਾਫ ਫਿਲਡ। ਇਸ ਕਰਕੇ O2 ਮੋਲੀਕੂਲ ਕੀ ਹੁੰਦਾ ਸੀ ਆਪਣੇ ਪਾਸ? ਪੈਰਾਮੈਗਨੈਟਿਕ। ਤੇ ਉਰੇ O2 ਦੀ ਥਾਂ ਤੇ ਕਿਹਦੀ ਗੱਲ ਚੱਲ ਰਹੀ ਹੈ? S2 ਦੀ। ਤੇ S2 ਦਾ ਮਤਲਬ ਕੀ ਹੈ? ਦੇਖੋ ਆਕਸੀਜਨ ਐਂਡ ਸਲਫਰ ਬਿਲੋਂਗਸ ਟੂ ਸੇਮ ਗਰੁੱਪ। ਫਰਕ ਕਿੱਥੇ ਹੈ? ਆਕਸੀਜਨ ਸੈਕੰਡ ਪੀਰੀਅਡ ਦਾ ਐਲੀਮੈਂਟ ਹੈ ਜਿਹਦੇ ਵਿੱਚ ਬਾਹਰਲਾ ਸ਼ੈਲ ਕਿਹੜਾ ਹੋਏਗਾ? N is equal to 2। ਦੇਖੋ N is equal to 2। लेकिन सल्फर थर्ड पीरियड का एलिमेंट है जिस बाहरला शेल केड़ा होएगा बेटा? N is equal to 3। ਹੁਣ ਆਕਸੀਜਨ ਚ ਜਿੰਨੇ ਵੈਲੈਂਸ ਇਲੈਕਟ੍ਰੋਨਸ ਹੁੰਦੇ ਨੇ ਉਨੇ ਹੀ ਸਲਫਰ ਚ ਹੁੰਦੇ ਨੇ, that is 6। ਤਾਂ ਅਗਰ ਆਕਸੀਜਨ ਮੋਲੀਕਿਊਲ ਦੇ ਅੰਦਰ ਹਾਫ ਫਿਲਡ ਆਰਬਿਟਲਸ ਪਾਈ ਸਟਾਰ 2px ਤੇ ਪਾਈ ਸਟਾਰ 2py ਨੇ ਤਾਂ ਸਲਫਰ ਚ ਕਿਹੜੇ ਹੋਣਗੇ? ਫਿਰ ਪਾਈ ਸਟਾਰ 3px ਤੇ ਪਾਈ ਸਟਾਰ 3py। ਤਾਂ ਇਹਨਾਂ ਦੋ ਐਂਟੀ ਬੌਂਡਿੰਗ ਹਾਫ ਫਿਲਡ ਆਰਬਿਟਲਸ ਕਰਕੇ एंटी बॉन्डिंग हाफ फिल्ड मॉलिक्यूलर ऑर्बिटल्स करके S2 की होगा बेटा पैरामैग्नेटिक। क्लियर है? नेक्स्ट वन जिस तरह बेटा ਆਪਾਂ ਨੇ 15 ग्रुप ਦੇ ਵਿੱਚ ऑक्सो एसिड्स ऑफ फास्फोरस ਦੀ ਸਟੱਡੀ ਕੀਤੀ ਸੀ, ਇਸੇ ਤਰ੍ਹਾਂ ਆਪਾਂ ਉਹ ਸਟੱਡੀ ਕਰ ਰਹੇ ਹਾਂ ऑक्सो एसिड्स ऑफ सल्फर। कुछ ऑक्सो एसिड्स ऑफ सल्फर्स ਦੀ ਆਪਾਂ ਸਟੱਡੀ ਕਰਾਂਗੇ ਜਿਹਦੇ ਵਿੱਚ ਸੈਂਟਰਲ ਐਟਮ ਸल्फर ਹੋਏਗਾ
ਤੇ ਉਹ ਸਲਫਰ ਦੇ ਨਾਲ ਤੁਹਾਨੂੰ ਆਕਸੀਜਨ ਤੇ ਹਾਈਡਰੋਜਨਸ ਬੌਂਡਿੰਗ ਫਾਰਮ ਚ ਨਜ਼ਰ ਆਣਗੇ ਤੇ ਉੱਥੋਂ ਆਪਾਂ ਨੂੰ ਕੀ ਮਿਲੂਗਾ H ਪੋਜ਼ਿਟਿਵ ਆਇਆ ਕਿਉਂਕਿ ਜਿਸ ਐਸਿਡ ਦੇ ਵਿੱਚ ਆਪਾਂ ਨੂੰ H ਪੋਜ਼ਿਟਿਵ ਮਿਲਦਾ ਹੈ ਅਗਰ ਉਹ ਹਾਈਡਰੋਜਨ ਆਕਸੀਜਨ ਨਾਲ ਲੱਗਿਆ ਹੋਇਆ ਹੈ ਤਾਂ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ ਆਕਜ਼ੋ ਐਸਿਡਸ। ਤਾਂ ਸਭ ਤੋਂ ਪਹਿਲਾ ਆਕਜ਼ੋ ਐਸਿਡ ਕੀ ਹੈ ਸਲਫਿਊਰਸ ਐਸਿਡ H2SO3 सल्फ्यूरस एसिड जिसका मॉलिक्यूलर फॉर्मूला ਕੀ ਹੁੰਦਾ ਹੈ H2SO3। ਹੁਣ ਸਲਫਰ ਦੇ ਕੋਲ ਕਿੰਨੇ ਵੈਲੈਂਸ ਇਲੈਕਟ੍ਰॉन्स ਹੁੰਦੇ ਨੇ 6। ਉਸ ਤੋਂ ਬਾਅਦ ਅਗਰ ਆਪਣੇ ਕੋਲ ਦੋ ਹਾਈਡਰੋਜਨਸ ਨੇ ਤੇ ਦੋਨੋਂ ਹਾਈਡਰੋਜਨਸ OH ਦੀ ਫਾਰਮ ਚ ਹੋਣਗੇ। दो इलेक्ट्रॉन सल्फर ने यूज कर लिया आउट ऑफ 6 वैलेंस इलेक्ट्रॉन्स रहेगी एक ऑक्सीजन यही ऑक्सीजन अपना ऑक्टेट कंप्लीट कर ले सल्फर ने की बनाएगी मल्टीपल बॉन्ड द टोटल कितने इलेक्ट्रॉन यूज कर ले सल्फर ने आउट ऑफ 6 4 ਇਹਦਾ मतलब सल्फर दे कोल एक लोन पेयर होएगा इन सल्फ्यूरस एसिड ते 4 के होंगे बॉन्ड पेयर्स। सो दिस इज द स्ट्रक्चरल फार्मूला ऑफ सल्फ्यूरस एसिड। ਹੁਣ ਚੈੱਕ ਕਰੋ ਇਹਦੀ ਬੇਸਿਸਿਟੀ ਕੀ ਹੋਈ। ਬੇਸਿਸਿਟੀ ਦਾ ਮਤਲਬ ਕੀ ਹੁੰਦਾ ਹੈ ਆਪਣੇ ਪਾਸ ਇਥੋਂ ਇੱਕ H2SO3 ਤੋਂ ਕਿੰਨੇ H ਪੋਜ਼ਿਟਿਵ ਮਿਲ ਸਕਦੇ 2 H ਪੋਜ਼ਿਟਿਵ ਕਿਉਂਕਿ ਦੋਨੋਂ ਹਾਈਡਰੋਜਨ ਡਾਇਰੈਕਟਲੀ ਆਕਸੀਜਨ ਨਾਲ ਬੌਂਡਡ ਐਂਡ ਆਕਸੀਜਨ ਇਜ਼ ਮੋਰ ਇਲੈਕਟ੍ਰੋਨੈਗੇਟਿਵ ਦੈਨ ਸਲਫਰ ਮੀਨਸ ਜਦੋਂ H ਪੋਜ਼ਿਟਿਵ ਬਾਹਰ ਨਿਕਲੇਗਾ ਤਾਂ ਜੋ ਕੌਂਜੂਗੇਟ ਬੇਸ ਬਣੇਗਾ ਉਹ ਸਟੇਬਲ ਹੋਏਗਾ ਕਿਉਂਕਿ ਨੈਗੇਟਿਵ ਚਾਰਜ ਕਿਸ ਤੇ ਹੋਏਗਾ ਆਕਸੀਜਨ ਤੇ ਐਂਡ ਆਕਸੀਜਨ ਇਜ਼ ਮੋਰ ਇਲੈਕਟ੍ਰੋਨੈਗੇਟਿਵ ਦੈਨ ਸਲਫਰ। ਤਾਂ ਜਿੰਨੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਹੁੰਦੀ ਹੈ ਨੈਗੇਟਿਵ ਚਾਰਜ ਉਨੇ ਜ਼ਿਆਦਾ ਉਸ ਤੇ ਸਟੇਬਲ ਹੁੰਦਾ ਹੈ। ਤਾਂ ਇਥੋਂ ਦੋਨੋਂ H ਪੋਜ਼ਿਟਿਵ ਬਾਹਰ ਨਿਕਲਣ ਦਾ ਕਾਰਨ ਕੀ ਹੈ ਕਿਉਂਕਿ ਇਹ ਹਾਈਡਰੋਜਨਸ ਮੋਰ ਇਲੈਕਟ੍ਰੋਨੈਗੇਟਿਵ ਐਟਮ ਦੇ ਨਾਲ ਡਾਇਰੈਕਟਲੀ ਬੌਂਡਡ ਹੈ। ਤਾਂ ਇਸ ਦੀ ਬੇਸਿਸਿਟੀ ਕੀ ਹੋਏਗੀ ਬੱਚੋ 2 ਤੇ ਸਲਫਰ ਦੀ ਆਕਸੀਡੇਸ਼ਨ ਸਟੇਟ ਕੀ ਹੋਈ ਹੋਵੇ ਆਕਸੀਜਨ ਦੇ -2 ਹਾਈਡਰੋਜਨ ਦੇ +1 ਕਿਉਂਕਿ ਹਾਈਡਰੋਜਨ ਨੋਨ ਮੈਟਲ ਦੇ ਨਾਲ ਲੱਗਿਆ ਹੋਇਆ ਤਾਂ ਓਵਰਆਲ ਇਸਦੇ ਕੀ ਹੋਏਗਾ -1 here is -1 here is -2 so x - 4 is equal to 0 so x comes out to be +4 ਤਾਂ H2SO3 ਦੇ ਵਿੱਚ ਸਲਫਰ ਦੀ ਆਕਸੀਡੇਸ਼ਨ ਸਟੇਟ ਕੀ ਹੋਗੀ +4। ਇਸੇ ਤਰ੍ਹਾਂ ਸਿਮਿਲਰਲੀ ਕਿੰਗ ਆਫ ਕੈਮੀਕਲਸ ਸਲਫਿਊਰਿਕ ਐਸਿਡ ਇਸ ਦੇ ਵਿੱਚ ਸਲਫਰ अपने 6 वैलेंस इलेक्ट्रॉन यूज कर लेगा टू मेक ए 6 कोवलेंट बॉन्ड्स क्योंकि एक ऑक्सीजन हो रहा है ते वो ऑक्सीजन अपना ऑक्टेट कंप्लीट कर ले सल्फर ना मल्टीपल बॉन्ड बनाएगी। तो उन्हें चेक करो अगेन बेसिसिटी तक की है 2 लेकिन ऑक्सीडेशन स्टेट की होगी हुन और एक ऑक्सीजन हो रहा है तो वो ऑक्सीजन सल्फर दी ऑक्सीडेशन स्टेट बताएगी। ये भी चीज नु चेक करेगा जिन्ने ऑक्सीजन्स आएंगे ਉਹਦੇ ਨਾਲ ਸਲਫਰ ਦੀ ਆਕਸੀਡੇਸ਼ਨ ਸਟੇਟ ਵਧੇਗੀ। ਸਲਫਰ ਖੁਦ ਕੀ ਹੋਏਗੀ ਆਕਸੀਡਾਈਜ਼ ਉਰੇ ਆਕਸੀਡੇਸ਼ਨ ਸਟੇਟ +4 ਹੈ ਲੇਕਿਨ ਉਰੇ ਕਿੰਨੀ ਹੋ ਰਹੀ ਹੈ x - 6 is equal to 0 x is equal to +6 means ਉਰੇ ਸਲਫਰ ਆਪਣੀ ਕੀ ਸ਼ੋ ਕਰ ਰਿਹਾ ਹੈ ਮੈਕਸਿਮਮ ਆਕਸੀਡੇਸ਼ਨ ਸਟੇਟ। ਸਲਫਰ ਦੀ ਮੈਕਸਿਮਮ ਆਕਸੀਡੇਸ਼ਨ ਸਟੇਟ ਕਿੰਨੀ ਹੁੰਦੀ ਹੈ +6 ਕਿਉਂਕਿ ਉਹਦੇ ਕੋਲ 6 ਵੈਲੈਂਸ ਇਲੈਕਟ੍ਰॉन्स ਹੈ मैक्सिमम 6 कोवलेंट बॉन्ड्स बना सकता है। देयरआफ्टर देखो H2 S2 1 2 3 4 5 6 7 8 O8 H2SO8 ਜਿਹਨੂੰ ਆਪਾਂ ਕਹਿੰਦੇ ਆ ਪਰ ਆਕਸੋ ਡਾਈਸਲਫਿਊਰਿਕ ਐਸਿਡ ਪਰ ਆਕਸੋ ਡਾਈਸਲਫਿਊਰਿਕ ਐਸਿਡ ਇੱਥੇ ਸਲਫਰ ਦੀ ਆਕਸੀਡੇਸ਼ਨ ਸਟੇਟ ਕੀ ਹੋਈ ਪਰ ਆਕਸੋ ਦਾ ਮਤਲਬ ਕੀ ਹੈ ਉਰੇ ਇੱਕ ਪਰ ਆਕਸਾਈਡ ਪ੍ਰੈਜ਼ੈਂਟ ਪਰ ਆਕਸਾਈਡ ਮੀਨਸ O2 ਦੀ 2 ਨੈਗੇਟਿਵ ਇਹ -1 -2 -2 -1 -2 -2 so -5 -5 -2 so 2x - 12 is equal to 0 here x comes out to be +6
ਸੋ ਇਨ ਪਰ ਆਕਸੋ ਡਾਈਸਲਫਿਊਰਿਕ ਐਸਿਡ ਜਿਸ ਦਾ ਇੱਕ ਨਾਮ ਹੋਰ ਹੁੰਦਾ ਹੈ ਮਾਰਸ਼ਲ ਐਸਿਡਸ ਤਾਂ ਇੱਥੇ ਮਾਰਸ਼ਲ ਐਸਿਡ ਸਲਫਰ ਦੀ ਆਕਸੀਡੇਸ਼ਨ ਸਟੇਟ ਕੀ ਆ ਰਹੀ ਹੈ +6 ਐਂਡ ਅਗੇਨ ਇਹਦੀ ਬੇਸਿਸਿਟੀ ਕੀ ਹੈ 2 ਕਿਉਂਕਿ ਇਹਦੇ ਵਿੱਚੋਂ ਆਪਾਂ ਨੂੰ 2H ਪੋਜ਼ਿਟਿਵ ਮਿਲ ਸਕਦਾ ਵਨ ਮੋਰ this is H2S2O7 ਇਸ ਨੂੰ ਕਹਿੰਦੇ ਆਪਾਂ ਪਾਇਰੋ ਸਲਫਿਊਰਿਕ ਐਸਿਡ ਤਾਂ ਇਹ ਪਾਇਰੋ ਸਲਫਿਊਰਿਕ ਐਸਿਡ ਦੇ ਇੱਕ ਨਾਮ ਹੋਰ ਹੁੰਦਾ ਹੈ ਓਲਮ ਇਹ ਜਿਹੜਾ ਪਾਇਰੋ ਸਲਫਿਊਰਿਕ ਐਸਿਡ ਹੈ ਇਹ H2SO4 ਦੇ ਵਿੱਚ ਜਦੋਂ ਆਪਾਂ SO3 ਗੈਸ ਐਡ ਕਰਦੇ ਹਾਂ ਉਦੋਂ ਬਣਦਾ ਹੈ H2 2 सल्फर H2 4 के 3 7 O7 so this is pyrosulfuric acid जिस दे विच चेक करो ऑक्सीडेशन स्टेट क्या है सल्फर अगेन +6 डाइबेसिक तो इसी अपने पास ऑक्सो एसिड्स ऑफ सल्फर ये अपना 16th ग्रुप कंप्लीट हो गया नेक्स्ट वीडियो दे विच ਆਪਾਂ 17th ग्रुप मोस्ट इंपोर्टेंट दैट इज द हैलोजन फैमिली स्टार्ट करेंगे थैंक यू स्टूडेंट